नमस्कार मेरा नाम डॉक्टर धीरज सिंह हैगा। मैं सर्जिकल स्पैशलिस्ट हैगा और मैं लंडन ਦੇ ਇੱਕ ਹਸਪੀਟਲ 'ਚ ਜੌਬ ਕਰਦਾ। ਮੈਂ ਬੇਸਿਕਲੀ ਸੁਜਾਨਪੁਰ ਦਾ ਰਹਿਣ ਵਾਲਾ ਹੈਗਾ ਔਰ ਮੈਂ 3 ਮਹੀਨੇ ਪਹਿਲੇ ਇੰਡੀਆ ਆਇਆ ਸੀਗਾ ਕਿਸੇ ਕੰਮ ਵਾਸਤੇ ਔਰ ਬਾਅਦ ਵਿੱਚ ਜਦੋਂ ਇਹ ਲਾਕਡਾਊਨ ਹੋ ਗਿਆ ਮੇਰੀ ਫਲਾਈਟ ਕੈਂਸਲ ਹੋ ਗਈ ਔਰ ਫਿਰ ਮੈਂ ਮਹੀਨਾ ਪਹਿਲੇ ਇੱਥੇ ਪੰਜਾਬ 'ਚ ਆ ਗਿਆ ਸੀ ਆਪਣੇ ਘਰੇ। ਅੱਜ ਸਵੇਰੇ 4 ਵਜੇ ਦੇ ਆਸ-ਪਾਸ 4:15 ਵਜੇ ਸਾਡੇ ਘਰੇ ਮਤਲਬ ਸਾਡੇ ਮੇਰੇ ਕਜ਼ਨ ਹੀ ਕਹਿ ਲਓ ਉਹ ਰਹਿੰਦੇ ਨੇ ਬਿਹਾਰ ਤੋਂ ਨੇ 25 ਸਾਲ ਤੋਂ ਸਾਡੇ ਘਰ ਰਹਿੰਦੇ ਨੇ ਉਹ 3 ਬੱਚੇ ਉਹਨਾਂ ਦੇ 7 ਸਾਲ ਦਾ ਮੁੰਡਾ ਹੈ ਅਤੇ ਉਹ ਜਿਹੜੇ ਹੈ 4:15 ਵਜੇ ਨਾਲ ਪਾਪਾ ਨੂੰ ਫੋਨ ਆਇਆ ਹੈ ਕਿ ਬੱਚਾ ਠੀਕ ਨਹੀਂ ਹੈਗਾ ਬਿਮਾਰ ਹੈਗਾ ਅਤੇ ਪਾਪਾ ਘਬਰਾਏ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਮੈਂ ਫਟਾਫਟ ਉੱਠ ਕੇ ਦੌੜਿਆ ਕਿਉਂਕਿ ਉਹਨਾਂ ਜਿੱਦਾਂ ਕਿ ਬੱਚਾ ਬਹੁਤ ਪਰੇਸ਼ਾਨ ਹੈ ਬੜਾ ਜ਼ਿਆਦਾ ਬਿਮਾਰ ਹੈ। ਫਿਰ ਦੌੜ ਕੇ ਜਦੋਂ ਮੈਂ ਪਿੱਛੇ ਆਇਆ ਉਹ ਪਿੱਛੇ ਰਹਿੰਦੇ ਸਾਡੇ ਘਰ ਦੇ ਅਤੇ ਜਦੋਂ ਮੈਂ ਦੇਖਿਆ ਕਿ ਬੱਚਾ ਜਿਹੜਾ ਹੈ ਮੈਂ ਮੈਡੀਕਲ ਟਰਮਸ ਕੀ ਯੂਜ਼ ਕਰਨੀ ਹੈ ਮੈਂ ਜਨਰਲ ਭਾਸ਼ਾ 'ਚ ਦੱਸਦਾ ਕਿ ਉਹਦਾ ਸਾਹ ਨਹੀਂ ਆਉਂਦਾ ਪਿਆ ਸੀ ਉਹਦਾ ਬਲੋਕੇਜ ਸੀਗੀ ਉੱਪਰ ਬਲੋਕੇਜ ਉਹਦੀ ਇੱਥੇ ਥੱਲੇ ਕਿਤੇ ਸੀ ਗਲੇ ਦੇ ਥੱਲੇ ਉਹਨੂੰ ਆਪਾਂ ਕਹਿੰਦੇ ਹਾਂ ਉਹਦਾ ਸੀਗਾ ਐਕਿਊਟ ਰੈਸਪੀਰੇਟਰੀ ਫੇਲੀਅਰ ਸੀਗਾ ਉਹਨੂੰ ਆਪਾਂ ARF ਕਹਿੰਦੇ ਹਾਂ। ਅਤੇ ਉਹ ਜਿਹੜਾ ਫੇਲੀਅਰ ਹੋਇਆ ਸੀ ਉਹਦਾ ਰੈਸਪੀਰੇਟਰੀ ਉਹ ਡੈਫੀਨੇਟਲੀ ਐਜ਼ ਏ ਡਾਕਟਰ ਪਹਿਲੀ ਚੀਜ਼ ਹੁੰਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਟਰੀਟ ਕਰੋ ਜਦੋਂ ਇਨਸਾਨ ਦੀ ਬੋਡੀ ਨੂੰ ਆਕਸੀਜਨ ਨਹੀਂ ਆਉਂਦੀ ਹੈ ਤਾਂ ਤੁਸੀਂ ਉਹਨੂੰ ਆਕਸੀਜਨ ਦੇਣੀ ਪੈਂਦੀ ਹੈ ਬਾਕੀ ਚੀਜ਼ਾਂ ਬਾਅਦ ਦੀ ਹੁੰਦੀਆਂ ਸੈਕੰਡਰੀ ਹੁੰਦੀਆਂ ਜਿਹਨੂੰ ਆਪਾਂ ਕਹਿੰਦੇ ATLS ਪ੍ਰੋਟੋਕੋਲ। ਮੈਂ ਉਸ ਪ੍ਰੋਟੋਕੋਲ ਨੂੰ ਫੋਲੋ ਕੀਤਾ ਮੈਂ ਉਹਦੀ ਟਰੀਟਮੈਂਟ ਸ਼ੁਰੂ ਕੀਤੀ ਲੇਕਿਨ ਕਿਉਂਕਿ ਮੈਂ ਘਰੇ ਹਾਂ ਮੇਰੇ ਕੋਲ ਨਾ ਸੈਟੋਸਕੋਪ ਸੀਗੀ ਨਾ ਮੇਰੇ ਕੋਲ ਕੋਈ IV ਇਨਫਿਊਜ਼ਨ ਸੀਗੀ ਨਾ ਹੀ ਮੇਰੇ ਕੋਲ ਕੋਈ ਹੋਰ ਕੁਛ ਮੈਡੀਕਲ ਇੰਸਟਰੂਮੈਂਟ ਸੀਗਾ ਫਿਰ ਵੀ ਮੈਂ ਬੱਚੇ ਨੂੰ 10 ਮਿੰਟ ਤੱਕ ਮਤਲਬ 5-7 ਮਿੰਟ ਆਈ ਵੁੱਡ ਸੇ ਮੈਂ ਉਹਨੂੰ ਚੈੱਕ ਵੈਕ ਕੀਤਾ ਔਰ ਮੈਂ ਜਦੋਂ ਦੇਖਿਆ ਕਿ ਉਹਨੂੰ ਸਾਹ ਨਹੀਂ ਆਉਂਦਾ ਪਿਆ ਉਹਦਾ ਬਲੋਕੇਜ ਹੈ ਉਹਨੂੰ ਆਪਾਂ ਕਹਿੰਦੇ ਅਪਰ ਰੈਸਪੀਰੇਟਰੀ ਟਰੈਕਟ ਦਾ ਸੀਗਾ ਉਹਦਾ ਬਲੋਕੇਜ ਸੀਗਾ ਅਤੇ ਮੈਂ ਉਹਨੂੰ ਫਿਰ ਫਟਾਫਟ ਜਿਹੜਾ ਹੈਗਾ ਮਾਸਕ ਰੱਖ ਕੇ ਉਹਨੂੰ ਮੈਂ ਪਹਿਲੇ ਮਾਊਥ ਟੂ ਨੋਜ਼ ਔਰ ਫਿਰ ਮਾਊਥ ਟੂ ਮਾਊਥ ਮੈਂ ਉਹਨੂੰ ਰੈਸਪੀਰੇਸ਼ਨ ਜਿਹੜੀਆਂ ਹੈਗੀਆਂ ਦੇਣੀ ਸ਼ੁਰੂ ਕੀਤੀਆਂ ਅਤੇ ਉਹਨਾਂ ਥੋੜ੍ਹਾ ਜਿਹਾ ਬੱਚੇ ਨੂੰ ਫਰਕ ਪਿਆ ਔਰ ਮੈਂ ਸਮਝ ਗਿਆ ਸੀਗਾ ਕਿ ਇਹ ਇੱਥੇ ਨਹੀਂ ਸੈਟਲ ਹੋਣਾ ਮਾਮਲਾ। ਫਟਾਫਟ ਮੈਂ ਪਤਾ ਕੀਤਾ ਕਿਉਂਕਿ ਮੈਂ ਇੱਥੇ ਸਿਰਫ 10-12 ਸਾਲ ਪਹਿਲੇ ਰਹਿੰਦਾ ਸੀਗਾ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈਗੀ ਹਸਪੀਟਲ ਦੀ। ਮੈਂ ਪੁੱਛਿਆ ਇਹਨਾਂ ਨੂੰ ਦੱਸਿਆ ਕਿ ਲੋਕਲ ਹਸਪੀਟਲ 2 ਹੈਗੇ ਨੇ। ਪਹਿਲਾ ਹੈਗਾ ਹਸਪੀਟਲ ਡਾਕਟਰ ਰਘੁਬੀਰ ਸਿੰਘ ਉਹ ਸੁਜਾਨਪੁਰ 'ਚ ਹੈਗਾ ਹਸਪੀਟਲ ਉੱਥੇ ਆਪਾਂ ਲੈ ਕੇ ਗਏ ਫਟਾਫਟ ਸਕੂਟੀ ਸਟਾਰਟ ਕਰਕੇ ਔਰ ਜਦੋਂ ਉੱਥੇ ਗਿਆ ਅਤੇ ਉੱਥੇ ਉਹਨਾਂ ਨੂੰ ਮੈਂ ਕਾਫੀ ਖਟਖਟਾਇਆ ਕਾਫੀ ਜ਼ੋਰ ਦੀ ਬੋਲਿਆ ਵੀ ਜਲਦੀ ਕਰੋ ਐਮਰਜੈਂਸੀ ਹੈ ਇਹ ਰੀਅਲੀ ਇੱਕ ਮੈਡੀਕਲ ਐਮਰਜੈਂਸੀ ਹੈ ਬੱਚਾ 7 ਸਾਲ ਦਾ ਔਰ ਇਹਨੂੰ ਆਕਸੀਜਨ ਨਹੀਂ ਜਾਂਦੀ ਵੀ ਬੋਡੀ ਵਿੱਚ ਇਹ ਬਹੁਤ ਜ਼ਿਆਦਾ ਡੈਮੇਜ ਹੋ ਜਾਣਾ ਹੈ। ਔਰ ਉਹਨਾਂ ਨੇ ਜਿਹੜਾ ਉਹਦਾ ਅਟੈਂਡੈਂਟ ਸੀਗਾ ਉਹ ਆਇਆ ਹੈ ਉਹਨੇ ਬਸ ਆ ਕੇ ਫਟਾਫਟ ਉਹ ਇੱਕ ਨੋਰਮਲ ਜਿਹੜਾ ਆਪਾਂ ਆਕਸੀਜਨ ਦਾ ਕੈਨਿਊਲਾ ਹੁੰਦਾ ਹੈ ਨੇਜ਼ਲ ਕੈਨਿਊਲਾ ਉਹਨੇ ਉਹ ਲਗਾਉਣ ਦੀ ਕੋਸ਼ਿਸ਼ ਕੀਤੀ ਔਰ ਮੈਂ ਉਹਨੂੰ ਕਿਹਾ ਕਿ ਇਹਦੇ ਅੰਦਰ ਬਲੋਕੇਜ ਹੈ ਇੱਥੇ ਇਹ ਕੈਨਿਊਲਾ ਹੈਲਪ ਨਹੀਂ ਕਰਨਾ ਨੇਜ਼ਲ ਕੈਨਿਊਲਾ ਇਹਨੂੰ ਪ੍ਰੈਸ਼ਰ ਵਾਲਾ ਮਾਸਕ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਆਪਾਂ ਨਾਨ ਇਨਵੇਸਿਵ ਵੈਂਟੀਲੇਸ਼ਨ ਕਹਿੰਦੇ ਹਾਂ NIV ਕਹਿੰਦੇ ਆ ਉਹਨੂੰ ਔਰ NIV ਬੇਸਿਕਲੀ ਵੱਡੇ ਹਸਪਤਾਲਾਂ ਸਾਰੇ ਜਗ੍ਹਾ ਹੁੰਦੀ ਔਰ ਉਹ ਇੱਕ ਮੇਜਰ ਇੱਕ ਨਾਰਮਲ ਜੀ ਚੀਜ਼ ਹੈ ਜਿਹੜੀ ਕਿ ਡਾਕਟਰਾਂ ਨੂੰ ਰੱਖਣੀ ਚਾਹੀਦੀ ਹੈ ਜਿੰਨਾ ਜਾਨ ਬਚ ਜਾਂਦੀ ਹੈ ਕਿਉਂਕਿ ਆਕਸੀਜਨ ਜਿਹੜੀ ਉਹ ਬਹੁਤ ਜ਼ਰੂਰੀ ਹੈ ਸਰੀਰ ਵਾਸਤੇ। ਇਹਨਾਂ ਨੇ ਉਹ ਨਹੀਂ ਰੱਖੀ ਹੋਈ ਸੀਗੀ ਔਰ ਜਿਹੜਾ ਅਟੈਂਡੈਂਟ ਸੀਗਾ ਉਹਨੂੰ ਕੁਝ ਨਹੀਂ ਪਤਾ ਸੀਗਾ ਕੀ ਕਰਨਾ ਹੈ ਉਹ ਸਿਰਫ ਉੱਥੇ ਖੜਾ ਦੇਖਦਾ ਪਿਆ ਸੀਗਾ। ਮੈਂ ਉਹਨੂੰ ਕਿਹਾ ਕਿ ਮੈਂ ਆਪ ਡਾਕਟਰ ਹਾਂ ਮੈਂ ਸਰਜਨ ਹਾਂ ਮੈਨੂੰ ਪਤਾ ਹੈ ਕੀ ਹੋਇਆ ਹੈ ਮੈਨੂੰ ਸਮਾਨ ਚਾਹੀਦਾ ਹੈ ਮੈਨੂੰ ਇਹਦੇ ਵਾਸਤੇ ਮਾਸਕ ਚਾਹੀਦਾ ਜਿਹੜਾ ਪ੍ਰੈਸ਼ਰ ਨਾਲ ਆਕਸੀਜਨ ਦੇ ਸਕਦਾ ਉਹਨਾਂ ਕੋਲ ਮਾਸਕ ਨਹੀਂ ਸੀਗਾ ਉਹ ਸਿੰਪਲ ਉਹੀ ਨੇਜ਼ਲ ਕੈਨਿਊਲਾ ਲਗਾ ਕੇ ਉਹ ਮੈਨੂੰ ਆਕਸੀਜਨ ਦਿੰਦੇ। ਮੈਂ ਸਮਝ ਗਿਆ ਕਿ ਇਹ ਵੇਸਟ ਕਰਨਾ 3 ਮਿੰਟ ਆਪਾਂ ਉੱਥੇ ਰੁਕੇ ਉੱਥੋਂ ਫਟਾਫਟ ਆਪਾਂ ਬੱਚਾ ਚੱਕਿਆ ਹੈ ਸੁਜਾਨਪੁਰ ਸਿਟੀ ਵਿੱਚ ਇੱਕ ਬਹੁਤ ਵੱਡਾ ਹਸਪੀਟਲ ਜਿਹੜਾ ਕਿ ਡਾਕਟਰ ਕਹਿੰਦੇ ਬੱਚਾ ਨਾ ਡਾਕਟਰ ਹੈਗਾ ਡਾਕਟਰ ਭਾਰਤ ਭੂਸ਼ਣ ਹਸਪੀਟਲ ਉੱਥੇ ਗਏ ਆਪਾਂ ਫਟਾਫਟ ਗੇਟ ਖੜਕਾ ਕੇ ਅੰਦਰ ਵੜੇ ਔਰ ਮੈਂ ਦੱਸਤਾ ਫਟਾਫਟ ਕਿ ਮੈਂ ਡਾਕਟਰ ਹਾਂ ਔਰ ਪਲੀਜ਼ ਟਾਈਮ ਨਾ ਵੇਸਟ ਕਰੋ ਇਹਨੂੰ ਆਕਸੀਜਨ ਇਹਨੂੰ ਹਾਈਪੋਕਸੀਮੀਆ ਹੁੰਦਾ ਪਿਆ ਹੈ ਇਹਦੀ ਸੈਚੂਰੇਸ਼ਨ ਬਹੁਤ ਘਟਦੀ ਪਈ ਹੈ ਬੱਚਾ ਹੌਲੀ ਠੰਡਾ ਹੁੰਦਾ ਨੀਲਾ ਹੁੰਦਾ ਪਿਆ ਨਾਟ ਨੀਲਾ ਆਈ ਵੁੱਡ ਸੇ ਬਟ ਬੱਚੇ ਦਾ ਸਾਹ ਨਹੀਂ ਆਉਂਦਾ ਪਿਆ ਸੀਗਾ ਬੜਾ ਔਖਾ ਔਰ ਉਸ ਦੌਰਾਨ ਮੈਂ ਉਹਨੂੰ ਵਿੱਚ ਹਮੇਸ਼ਾ ਉਹਨੂੰ ਮਾਊਥ ਟੂ ਮਾਊਥ ਜਿਹੜਾ ਮੈਂ ਉਹਨੂੰ ਰੈਸਪੀਰੇਸ਼ਨ ਬਰੀਥਿੰਗ ਦਿੰਦਾ ਰਿਹਾ ਬੱਚਾ ਫਿਰ ਵੀ ਹਲਕਾ ਸਾਹ ਮਤਲਬ ਵਿਦ ਐਫਰਟ ਜਿਹੜਾ ਮੈਂ ਕਰਦਾ ਸੀ ਉਹਨੂੰ ਆਉਂਦਾ ਪਿਆ ਸੀਗਾ। ਇਹਨਾਂ ਨੇ ਟਾਈਮ ਵੇਸਟ ਕੀਤਾ ਉੱਥੇ ਵੀ 2-3 ਬੰਦੇ ਬਸ ਇੱਧਰ ਦੇਖਣ ਉਹ ਆਕਸੀਮੀਟਰੀ ਦਾ ਪਲਸ ਆਕਸੀਮੀਟਰੀ ਲਗਾਤੀ। ਮੈਂ ਉਹਨਾਂ ਨੇ ਕਿਹਾ ਕਿ ਰੂਟ ਕਾਜ਼ ਉਹਦਾ ਬਲੋਕੇਜ ਹੈ ਉਹਨੂੰ ਬਲੋਕੇਜ ਵਾਸਤੇ ਉਹਨੂੰ ਪ੍ਰੈਸ਼ਰ ਦੀ ਆਕਸੀਜਨ ਚਾਹੀਦੀ ਹੈ ਹੈਗੀ ਕਿ ਨਹੀਂ ਹੈਗੀ ਉਹਨਾਂ ਨੇ ਕਿਹਾ ਕਿ ਸਰ ਪਤਾ ਨਹੀਂ ਉਹਨਾਂ ਨੇ ਡਾਕਟਰ ਨੂੰ ਫੋਨ ਕੀਤਾ ਡਾਕਟਰ ਨਾਲ ਮੈਂ ਗੱਲ ਕੀਤੀ ਹੈ ਉਹਨਾਂ ਨੇ ਵੀ ਕਲੀਅਰਲੀ ਕੋਈ ਇੰਡੀਕੇਸ਼ਨ ਦੱਸਿਆ ਉਹਨਾਂ ਨੇ ਕੁਐਸਚਨ ਦੱਸਿਆ ਮੈਨੂੰ ਕਿ ਸਰ ਹੈਗਾ ਕਿ ਨਹੀਂ ਹੈਗਾ। ਇਹ ਜਿਹੜਾ ਟਾਈਮ ਵੇਸਟ ਕੀਤਾ ਇਹਨਾਂ ਨੂੰ ਮੈਡੀਕਲ ਪ੍ਰੋਫੈਸ਼ਨਲਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਕਚੁਅਲੀ ਇਸ ਐਮਰਜੈਂਸੀ ਵਿੱਚ ਆਕਸੀਜਨ ਜਦੋਂ ਨਹੀਂ ਜਾਂਦੀ ਹੈ ਅਤੇ ਉੱਥੇ ਮਿੰਟ ਕਾਊਂਟ ਕਰਦਾ ਹੈ ਉੱਥੇ ਟਾਈਮ ਵੇਸਟ ਕੀਤਾ ਖੈਰ ਜ਼ਿਆਦਾ ਨਹੀਂ ਕੀਤਾ ਮੈਂ ਸਮਝ ਗਿਆ ਉਹਨਾਂ ਕੋਲ ਨਹੀਂ ਹੈ ਕਿ ਉੱਥੋਂ ਫਟਾਫਟ ਆਪਾਂ ਸਿਵਲ ਹਸਪੀਟਲ ਜਿਹੜਾ ਸੁਜਾਨਪੁਰ ਉੱਥੇ ਲੈ ਕੇ ਗਏ ਹਾਂ ਉੱਥੇ ਸਾਨੂੰ ਕਿਸੇ ਨੇ ਕਿਹਾ ਕਿ ਐਂਬੂਲੈਂਸ ਜਿਹੜੀ ਹੈ ਉਹ ਉੱਥੋਂ ਹੀ ਮਿਲੂਗੀ ਕਿਉਂਕਿ ਐਂਬੂਲੈਂਸ ਚਾਹੀਦੀ ਸੀ ਐਂਬੂਲੈਂਸ 'ਚ ਆਕਸੀਜਨ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਪਤਾ ਸੀ ਕਿ ਉਹਦੇ 'ਚ ਵੀ ਇੰਨਾ ਬੁਰਾ ਹਾਲ ਹੈ। ਸਿਵਲ ਹਸਪੀਟਲ ਗਿਆ ਉਹ ਐਂਬੂਲੈਂਸ ਵਾਲਿਆਂ ਨੇ ਜੋ ਦੱਸਿਆ ਉਹ ਵਿਚਾਰੇ ਫਟਾਫਟ ਸਮਝ ਗਏ। ਮੇਰੀ ਰਿਕੁਐਸਟ ਹੈ ਕਿਉਂਕਿ ਮੈਂ ਜੋ ਦੱਸਿਆ ਕਿ ਮੈਂ ਆਪ ਸਰਜਨ ਆਪੇ ਮੈਡੀਕਲ ਡਾਕਟਰ ਹੈਗਾ ਉਹਨਾਂ ਨੇ ਵਿਦਆਊਟ ਕਿਸੇ ਵੇਟ ਕੀਤੇ ਹੋਏ ਐਂਬੂਲੈਂਸ ਸਟਾਰਟ ਕੀਤੀ ਆਪਾਂ ਐਂਬੂਲੈਂਸ ਵਿੱਚੋਂ ਪਠਾਨਕੋਟ ਸਿਵਲ ਹਸਪੀਟਲ ਗਿਆ ਔਰ ਮੇਰਾ ਜਿਹੜਾ ਐਕਸਪੀਰੀਅੰਸ ਸਿਵਲ ਹਸਪੀਟਲ 'ਚ ਰਹਿਣਾ ਬਹੁਤ ਵਰਸ ਰਿਹਾ ਹੈ। ਮੈਂ ਸੀਰੀਅਸਲੀ ਇਸ ਚੀਜ਼ ਨੂੰ ਉੱਪਰ ਤੱਕ ਲੈ ਕੇ ਜਾਵਾਂਗਾ ਮੈਂ ਟਵਿੱਟਰ ਯੂਜ਼ ਕਰਾਂਗਾ ਮੈਂ ਸੋਸ਼ਲ ਮੀਡੀਆ ਯੂਜ਼ ਕਰਾਂਗਾ ਪਰ ਇਹ ਛੱਡਣਾ ਨਹੀਂ ਹੈਗਾ ਮਾਮਲਾ। ਇਹ ਮਾਮਲਾ ਇਸ ਕਰਕੇ ਨਹੀਂ ਛੱਡਣਾ ਕਿਉਂਕਿ ਸਿਰਫ ਔਰ ਸਿਰਫ
ਮੈਡੀਕਲ ਸਟਾਫ ਦੀ ਨੈਗਲੀਜੈਂਸ ਕਰਕੇ ਇੱਕ ਬੱਚੇ ਦੀ ਜਾਨ ਚਲ ਗਈ। ਸਿਵਲ ਹਸਪੀਟਲ ਗਏ ਹਾਂ ਆਪਾਂ, ਮੈਂ ਵੀਡੀਓ ਬਣਾਇਆ ਉਹਦਾ, ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਿੱਤਾ ਜਾਏਗਾ। ਪਹਿਲੇ ਆਪਾਂ ਗਏ ਉੱਥੇ ਨਿਓਨੈਟੋਲੋਜੀ 'ਚ ਲੈ ਗਏ ਸਾਨੂੰ ਐਂਬੂਲੈਂਸ ਵਾਲੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਔਰ ਮੈਂ ਵੀ ਸਿਵਲ ਹਸਪੀਟਲ ਨਹੀਂ ਜਾਣਦਾ। ਜਦੋਂ ਨਿਓਨੈਟੋਲੋਜੀ ਡਿਪਾਰਟਮੈਂਟ 'ਚ ਗਿਆ, ਓਬਵੀਅਸਲੀ ਉਹ ਡਿਪਾਰਟਮੈਂਟ ਗਲਤ ਹੈ। ਉਹ ਡਾਕਟਰ ਨੇ ਕਿਹਾ ਕਿ ਨਹੀਂ ਸਰ ਗਲਤ ਡਿਪਾਰਟਮੈਂਟ ਹੈ। ਤਾਂ ਮੈਂ ਵੀ ਪੁੱਛਿਆ ਕਿ ਤੇ ਗਲਤ ਜਗ੍ਹਾ ਆ ਗਏ ਹਾਂ। ਉਹ ਤੋਂ ਫਿਰ ਫਟਾਫਟ ਵਾਪਸ ਆਏ ਹਾਂ ਆਪਾਂ, ਐਮਰਜੈਂਸੀ 'ਚ ਗਏ। ਐਮਰਜੈਂਸੀ ਵਿੱਚ 2 ਨਰਸਾਂ ਬੈਠੀਆਂ ਸੀਗੀਆਂ, ਦਰਵਾਜ਼ਾ ਲੌਕ ਸੀਗਾ। ਮੈਂ ਧੱਕਾ ਮਾਰ ਕੇ ਖੋਲ੍ਹਿਆ ਉਹਨੂੰ, ਕਿਉਂਕਿ ਖੜਕਾਉਂਦੇ ਪਿਆ, ਆਵਾਜ਼ਾਂ ਕੋਈ ਨਹੀਂ ਬਾਹਰ ਆਉਂਦਾ ਪਿਆ। ਜਦੋਂ ਆਪਾਂ ਅੰਦਰ ਗਏ ਹਾਂ, ਨਰਸਾਂ 2 ਬੈਠੀਆਂ। ਮੈਂ ਉਹਨੂੰ ਕਿਹਾ ਕਿ ਮੈਡਮ ਮੈਂ ਡਾਕਟਰ ਹਾਂ, ਬੱਚੇ ਨੂੰ ਇਸ ਵੇਲੇ ਆਕਸੀਜਨ ਦੀ ਮਤਲਬ ਸ਼ਾਰਟੇਜ ਹੈ, ਉਹਨੂੰ ਹਾਈਪੋਕਸੀਮੀਆ, ਮੈਂ ਇਹ ਟਰਮਸ ਨਹੀਂ ਦੱਸਣਾ ਕਿਉਂਕਿ ਪਬਲਿਕ ਨੂੰ ਉਹਦਾ ਮਤਲਬ ਬੇਸਿਕਲੀ ਆਕਸੀਜਨ ਨਹੀਂ ਉਹਨੂੰ ਜਾਂਦੀ ਪਈ ਸੀ ਬੋਡੀ 'ਚ, ਉਹਦਾ ਬਲੌਕ ਹੋਇਆ ਪਿਆ, ਨਾ ਉਹ ਸਾਹ ਲੈਂਦਾ ਪਿਆ ਨਾ ਉਹ ਸਾਹ ਛੱਡਦਾ ਪਿਆ ਹੈ ਔਰ ਬੜੀ ਕ੍ਰਿਟੀਕਲ ਸਿਚੁਏਸ਼ਨ ਹੈ। ਉਹ ਨਰਸਾਂ ਦੋਨੋਂ ਉੱਥੇ ਖੜੀਆਂ ਹੋ ਕੇ, ਇੱਕ ਮੰਜੇ ਤੇ ਬੈਠੀ ਰਹੀ ਹੈ, ਉਹਨੇ ਬਿਲਕੁਲ ਮੰਜੇ ਤੋਂ ਉੱਠੀ ਨਹੀਂ ਹੈਗੀ ਆਪਣੇ ਉਸ ਜਿਹੜਾ ਰੂਮ ਹੈਗਾ ਐਮਰਜੈਂਸੀ ਵਿੱਚ ਡਿਊਟੀ ਰੂਮ 'ਚ। ਦੂਜੀ ਨਰਸ ਉਹਨੇ ਫੋਨ ਕੱਢਿਆ ਮੋਬਾਈਲ ਤੇ, ਉਹਨੇ ਐਟਲੀਸਟ 6-7 ਮਿੰਟ ਸਾਡੇ ਵੇਸਟ ਕਰ ਦਿੱਤੇ। ਉਹ ਇੱਕ ਅਲੱਗ-ਅਲੱਗ ਡਾਕਟਰਸ ਨੂੰ ਫੋਨ ਕਰੀ ਗਈ ਔਰ ਮੈਂ ਕਹਿੰਦਾ ਵੀ ਗਿਆ ਕਿ ਦੇਖੋ ਮੈਂ ਆਪ ਸਰਜਨ ਹਾਂ, ਮੈਂ ਆਪੇ ਡਾਕਟਰ ਔਰ ਮੈਂ ਬਾਹਰ ਰਹਿਣਾ ਇੰਡੀਆ ਦੇ, ਮੈਨੂੰ ਪਤਾ ਹੈ ਕੀ ਹੁੰਦਾ ਪਿਆ ਬੱਚੇ ਨੂੰ, ਮੈਨੂੰ ਸਪੋਰਟ ਚਾਹੀਦੀ ਹੈ। ਮੈਨੂੰ ਜਾਂ ਤਾਂ ਤੁਸੀਂ ਮੈਨੂੰ ਇੰਟੂਬੇਸ਼ਨ ਦਾ ਇੰਸਟਰੂਮੈਂਟ ਦੇ ਦਿਓ ਜਾਂ ਮੈਨੂੰ ਤੁਸੀਂ ਕੁਝ ਆਕਸੀਜਨ ਮਾਸਕ ਦੇ ਦਿਓ, ਐਟਲੀਸਟ ਉਹਨੂੰ ਆਕਸੀਜਨ ਪਹੁੰਚਾਓ ਇਸ ਵੇਲੇ। ਉਹਨਾਂ ਨੇ ਫਿਰ ਵੀ ਨਹੀਂ ਮੇਰੀ ਗੱਲ ਸੁਣੀ। ਉਹਨਾਂ ਨੇ ਕਿੰਨੇ 4-5 ਫੋਨ ਡਾਕਟਰਸ ਨੂੰ ਕੀਤੇ ਹੈ, ਆਈ ਡੋਂਟ ਨੋ ਕੀ ਕੀਤਾ ਕੀ ਨਹੀਂ ਕੀਤਾ। ਮੇਰੀ ਕਿਸੇ ਨਾਲ ਗੱਲ ਵੀ ਨਹੀਂ ਕਰਵਾਈ ਔਰ ਇਨ ਦ ਮੀਨ ਟਾਈਮ ਮੈਨੂੰ ਇਹ ਪਰੇਸ਼ਾਨੀ ਸੀ ਕਿ ਬੱਚਾ ਉੱਥੇ ਹੈਗਾ। ਮੈਂ ਸਿਰਫ 1 ਮਿੰਟ ਗੱਲ ਕੀਤੀ ਉਹਨਾਂ ਨਾਲ, ਫਿਰ ਵਾਪਸ ਆਇਆ, ਫਿਰ ਵਾਪਸ 1 ਮਿੰਟ ਕੀਤੀ। ਇਨ ਦ ਮੀਨ ਟਾਈਮ ਮੈਂ ਬੱਚੇ ਨੂੰ ਮਾਊਥ ਟੂ ਮਾਊਥ ਜਿਹੜਾ ਹੈਗਾ ਬਰੀਦਿੰਗ ਜਿਹੜੀ ਰੈਸਪੀਰੇਸ਼ਨ ਜਿਹੜਾ ਮੈਂ ਉਹਨੂੰ ਦਿੰਦਾ ਪਿਆ ਸੀਗਾ। ਬੱਚਾ ਫਿਰ ਵੀ ਉਦੋਂ ਤੱਕ ਮਤਲਬ ਉਹ ਵਿਦ ਐਫਰਟ ਆਕਸੀਜਨ ਉਹਨੂੰ ਜਾਂਦੀ ਪਈ ਸੀਗੀ। ਉੱਥੇ ਇੱਕ ਡਾਕਟਰ ਆਇਆ ਹੈ ਜਿਹੜਾ ਡਿਊਟੀ 'ਤੇ ਸੀਗਾ, ਉਹ ਮੈਨੂੰ ਪੁੱਛਦਾ ਇਹਨੂੰ ਹੋਇਆ ਕੀ ਹੈ ਔਰ ਉਹ ਮੈਨੂੰ ਕਹਿੰਦਾ ਪਿੱਛੇ ਹਟ ਜਾਓ। ਮੈਂ ਉਹਨੂੰ ਦੱਸਿਆ ਕਿ ਲੁੱਕ ਐਟ ਦ ਪੇਸ਼ੈਂਟ, ਉਹਦਾ ਜਿਹੜਾ ਜਿਹਨੂੰ ਆਪਾਂ ATLS ਕਹਿੰਦੇ ਆ ਪ੍ਰੋਟੋਕੋਲ ਹੈਗਾ, ਮੈਡੀਕਲ ਪ੍ਰੋਟੋਕੋਲ, ਉਹਨੂੰ ਦੇਖੋ ਉਹ ਡਿਸਟ੍ਰੈਸ ਵਿੱਚ ਹੈਗਾ, ਉਹਨੂੰ ਰੈਸਪੀਰੇਟਰੀ ਡਿਸਟ੍ਰੈਸ ਹੋਇਆ ਪਿਆ, ਉਹਨੂੰ ਤੁਸੀਂ ਦੇਖੋ। ਉਹਨਾਂ ਨੇ ਨਹੀਂ ਸੁਣੀ, ਉਹ ਆਪਣੇ ਬਸ ਉਹਨੂੰ ਕਹਿੰਦਾ ਮੈਂ ਚੈੱਕ ਕਰ ਲਾਂ। ਮੈਂ ਉਹਨੂੰ ਕਿਹਾ ਦੇਖੋ ਤੁਸੀਂ ਚੈੱਕ ਕਰਨ ਟਾਈਮ ਨਾ ਵੇਸਟ ਕਰੋ, ਇਸ ਵੇਲੇ ਐਜ਼ ਮੈਡੀਕਲ ਨੌਲੇਜ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੱਚੇ ਨੂੰ ਸਿਰਫ ਔਰ ਸਿਰਫ ਆਕਸੀਜਨ ਪ੍ਰਾਇਮਰੀ ਚਾਹੀਦੀ ਹੈ। ਉਹਨੇ ਉਹ ਕੁਝ ਨਹੀਂ ਕੀਤਾ। ਮੈਂ ਨਰਸਾਂ ਨੂੰ ਕਿਹਾ ਕਿ ਇਹਨੂੰ ਕੈਨਿਊਲਾ ਲਗਾਓ, ਮੈਨੂੰ ਜਦੋਂ ਮੈਂ ਕੈਨਿਊਲਾ ਲਗਾ ਦੇਣਾ। ਉਹਨਾਂ ਨੇ ਕੈਨਿਊਲਾ ਲਗਾਇਆ, ਉਹਨੂੰ IV ਫਲੂਇਡਸ ਲਗਾਈ। ਕਿਸੇ ਨੇ ਉਹਦਾ ਬਲੱਡ ਪ੍ਰੈਸ਼ਰ ਜਾਂ ਉਹਦਾ ਕੋਈ ਵੀ ਪੈਰਾਮੀਟਰ ਚੈੱਕ ਨਹੀਂ ਕੀਤਾ, ਕਿਸੇ ਨੇ ਆਕਸੀਮੀਟਰੀ ਚੈੱਕ ਨਹੀਂ ਕੀਤੀ। ਸਿਵਲ ਹਸਪੀਟਲ ਪਠਾਨਕੋਟ ਜਿਹੜਾ ਕਿ ਇਸ ਡਿਸਟ੍ਰਿਕਟ ਦਾ ਮੇਨ ਹਸਪੀਟਲ ਹੈਗਾ। ਉਹਦੇ ਬਾਅਦ ਜਦੋਂ ਮੈਂ ਦੇਖਿਆ ਕਿ ਇੱਥੇ ਕੁਝ ਨਹੀਂ ਹੋਣਾ, ਮੈਂ ਫਟਾਫਟ ਬੱਚਾ ਚੱਕਿਆ, ਆਪਾਂ ਵੀਡੀਓ ਬਣਾਇਆ। ਆਈ ਥਿੰਕ 5-6 ਮਿੰਟਸ ਆਪਾਂ ਉੱਥੇ ਰੁਕੇ ਹਾਂ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਕੁਝ ਨਹੀਂ ਕਰਨਾ, ਨਾ ਇਹਨਾਂ ਨੇ ਸਪੋਰਟ ਕਰਨੀ, ਇਹਨਾਂ ਨੇ ਬਿਲਕੁਲ ਕੋਈ ਵੀ ਮੈਡੀਕਲ ਐਥਿਕਸ ਫੋਲੋ ਨਹੀਂ ਕਰਦੇ ਪਏ। ਮੈਂ ਉੱਥੋਂ ਫਟਾਫਟ ਐਂਬੂਲੈਂਸ ਰਿਕੁਐਸਟ ਕੀਤੀ। ਐਂਬੂਲੈਂਸ ਵਾਲੇ ਇਸ ਪੂਰੇ ਐਪੀਸੋਡ 'ਚ ਬਹੁਤ ਹੈਲਪਫੁਲ ਸੀਗੇ। ਮੇਰੀ ਰਿਕੁਐਸਟ 'ਤੇ ਉਹਨਾਂ ਸਮਝ ਗਏ ਕਿ ਮੈਂ ਮੈਡੀਕਲ ਪ੍ਰੋਫੈਸ਼ਨਲ। ਉੱਥੋਂ ਆਪਾਂ ਨਿਕਲੇ ਐਂਬੂਲੈਂਸ ਵਿੱਚੋਂ ਫਟਾਫਟ, ਜਿਹੜਾ ਆਪਾਂ ਗਏ ਹਾਂ ਉਸ ਤੋਂ ਬਾਅਦ ਗਏ ਹਾਂ ਆਪਾਂ ਅਮਨਦੀਪ ਹਸਪੀਟਲ ਜਿਹੜਾ ਕਿ ਐਡਾ ਵੱਡਾ ਹਸਪੀਟਲ ਹੈਗਾ। ਆਈ ਐਮ ਵੈਰੀ ਮਚ ਸਰਪ੍ਰਾਈਜ਼ਡ ਕਿ ਉੱਥੇ ਜਾਂਦੇ ਹੀ ਆਪਾਂ ਜਦੋਂ ਐਂਟਰ ਕੀਤਾ, ਉਹਨਾਂ ਨੇ ਪਹਿਲੇ ਸਾਨੂੰ ਮਨਾ ਕਰਤਾ ਗੇਟ ਤੋਂ ਹੀ। ਔਰ ਐਂਬੂਲੈਂਸ ਦਾ ਹੂਟਰ ਚੱਲਦਾ ਪਿਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਮਰਜੈਂਸੀ ਹੈ। ਉਹ ਗੇਟ ਤੋਂ ਬਾਹਰ ਵੀ ਨਹੀਂ ਆਏ। ਉਹ ਜਿਹੜਾ ਐਮਰਜੈਂਸੀ ਉਹਨਾਂ ਦਾ ਜਿੱਥੇ ਐਮਰਜੈਂਸੀ ਬਣੀ, ਉੱਥੇ 2 ਮੁੰਡੇ ਖੜੇ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪ ਡਾਕਟਰ ਹੈਗਾ, ਮੈਨੂੰ ਪਤਾ ਇਹਨੂੰ ਸਿਰਫ ਆਕਸੀਜਨ ਚਾਹੀਦੀ ਹੈ, ਫਸਟ ਗਿਵ ਹਿਮ ਆਕਸੀਜਨ। ਉਹਨਾਂ ਨੇ ਕੁਝ ਨਹੀਂ ਸੁਣਿਆ। ਸਰ ਡਾਕਟਰ ਨਹੀਂ ਹੈਗੇ। ਅਗਰ ਤੁਹਾਡੇ ਕੋਲ ਡਾਕਟਰ ਐਮਰਜੈਂਸੀ ਵਿੱਚ ਨਹੀਂ ਹੈਗਾ ਤਾਂ ਕੀ ਫਾਇਦਾ ਹੈ ਇਹ ਏਡੇ ਵੱਡੇ ਡਿਸਟ੍ਰਿਕਟ ਹਸਪੀਟਲ ਤੁਸੀਂ ਰੱਖਣ ਦਾ? ਉਹ ਜਿਹੜਾ ਟਾਈਮ ਸਾਡਾ ਨਿਕਲਦਾ ਗਿਆ, ਬੱਚਾ ਹਾਈਪੋਕਸੀਮਿਕ ਹੁੰਦਾ ਗਿਆ। ਬੱਚੇ ਦੀ ਸੈਚੂਰੇਸ਼ਨ ਆਈ ਡੋਂਟ ਨੋ ਕਿੰਨੀ ਸੀਗੀ, ਬਿਕੋਜ਼ ਮੇਰੇ ਕੋਲ ਕੋਈ ਇੰਸਟਰੂਮੈਂਟ ਨਹੀਂ ਸੀਗਾ। ਐਂਬੂਲੈਂਸ ਵਿੱਚ ਇੱਕ ਕੀ ਕਹਿੰਦੇ ਐਂਡੋਟ੍ਰੇਕੀਅਲ ਜਿਹੜਾ ਹੁੰਦਾ ਨਾ, ਆਪਾਂ ਕੀ ਕਹਿੰਦੇ ਉਹਨੂੰ, ਮੈਨੂੰ ਹੁਣ ਨਾਂ ਭੁੱਲਦਾ ਪਿਆ, ਅਤੇ ਉਹ ਆਪਾਂ ਉਹਨੂੰ ਯੂਜ਼ ਕਰਦੇ ਹਾਂ। ਅਤੇ ਉਹਨੂੰ ਆਪਾਂ ਜਦੋਂ ਐਂਡੋਟ੍ਰੇਕੀਅਲ ਇੰਟੂਬੇਸ਼ਨ ਕਰਦੇ ਉਹਦੇ 'ਚ ਯੂਜ਼ ਕੀਤਾ ਜਾਂਦਾ ਹੈ ਨਾ, ਐਂਡ ਲੈਰਿੰਗਲ ਜਿਹੜਾ ਇੰਸਟਰੂਮੈਂਟ ਹੁੰਦਾ ਹੈ ਬੇਸਿਕਲੀ, ਉਹ ਪਿਆ ਸੀ ਐਂਬੂਲੈਂਸ ਵਿੱਚ। ਮੈਂ ਉਹ ਕੱਢਿਆ ਹੈ, ਪਰ ਉਹਦੀ ਲਾਈਟ ਨਹੀਂ ਸੀਗੀ। ਉਹ ਜਿਹੜਾ ਮੁੰਡਾ ਐਂਬੂਲੈਂਸ ਸੀਗਾ, ਉਹਨੂੰ ਵਿਚਾਰੇ ਨੂੰ ਉਹਨੇ ਬੜੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ, ਬਿਕੋਜ਼ ਉਹਨੂੰ ਵੀ ਨੌਲੇਜ ਨਹੀਂ ਸੀਗੀ ਮੈਡੀਕਲ। ਉੱਥੇ ਉਹਨੇ ਜਿੱਦਾਂ ਕਰਕੇ ਮੈਨੂੰ ਇੱਕ ਉਹ ਜਿਹੜਾ ਹੁੰਦਾ ਆ ਪੰਪ ਹੁੰਦਾ ਆ, ਆਕਸੀਜਨ ਮਾਸਕ, ਬੈਗ ਵਾਲਵ ਜਿਹਨੂੰ ਕਹਿੰਦੇ ਆਪਾਂ, ਉਹ ਉਹਨੇ ਕੱਢਿਆ। ਉਹਦੇ ਨਾਲ ਫਿਰ ਮੈਂ ਉਹਨੂੰ CPR ਕਰੀ ਗਿਆ। ਅਤੇ ਉਹ ਵਿਚਾਰਾ ਹਰ 15-16 ਐਜ਼ ਅ ਪ੍ਰੋਟੋਕੋਲ ਆਪਾਂ 15-16 ਜਿਹੜੇ ਆਪਾਂ ਦਿੰਦੇ ਹਾਂ CPR ਦੇ। ਉਹਦੇ ਬਾਅਦ ਆਪਾਂ 2 ਬਰੀਦਿੰਗ ਸੈਸ਼ਨਸ ਦਿੰਦੇ ਹਾਂ। ਉਹ ਸਾਰਾ ਕਰਦੇ ਗਏ ਆਪਾਂ, ਲੇਕਿਨ ਇਸ ਦੌਰਾਨ ਸਾਨੂੰ ਕੋਈ ਸਪੋਰਟ ਨਹੀਂ ਕਰਦਾ ਪਿਆ ਸੀਗਾ। ਜਦੋਂ ਆਪਾਂ ਅਮਨਦੀਪ ਹਸਪੀਟਲ ਵਿੱਚ ਦੇਖਿਆ ਕਿ ਕੁਝ ਨਹੀਂ, ਉਹ ਐਂਬੂਲੈਂਸ ਤੱਕ ਵੀ ਡਾਕਟਰਸ ਨਹੀਂ ਆਏ। ਔਰ ਮੈਂ ਉਹਨਾਂ ਨੂੰ ਕਿਹਾ ਕਿ ਐਟਲੀਸਟ ਆ ਕੇ ਡਾਕਟਰ ਦੇਖ ਲਏਗਾ ਕੋਈ ਵੀ। ਮੈਂ ਉਹਨਾਂ ਨੂੰ ਕਿਹਾ ਕੋਈ ENT ਡਾਕਟਰ ਹੈਗਾ, ਅੱਖ ਨੱਕ ਕੰਨ ਗਲੇ ਦਾ, ਕਿਉਂਕਿ ਇਸ ਵੇਲੇ ਉਹਦਾ ਡਿਪਾਰਟਮੈਂਟ ਹੈ, ਉਹਨੂੰ ਦੇਖਣੇ ਪੈਣਾ ਕਿ ਇਹਦੇ ਗਲੇ 'ਚ ਕੀ ਅੜਿਆ ਹੋਇਆ ਹੈ। ਬਿਕੋਜ਼ ਮੈਂ ਉਹਦਾ ਦੇਖਿਆ ਸੀ ਜਿੰਨਾ ਦੇਖ ਸਕਦਾ ਆਪਣੀ ਨੇਕਡ ਆਈ ਨਾਲ। ਮੈਨੂੰ ਅਪਰ ਰੈਸਪੀਰੇਟਰੀ ਟਰੈਕ ਬਿਫੋਰ ਦਾ ਵੋਕਲ ਕਾਰਡਸ ਉਹ ਖੈਰ ਦਿਸਦੀ ਨਹੀਂ ਹੈਗੀ, ਉੱਥੇ ਤੱਕ ਮੈਨੂੰ ਕੁਛ ਨਹੀਂ ਦਿਖਿਆ ਹੈਗਾ ਉਹਦੇ ਬਾਅਦ ਅਮਨਦੀਪ ਹਸਪੀਟਲ ਦਾ ਮੈਂ ਦੇਖ ਲਿਆ ਕਿ ਇੱਥੇ ਵੀ ਕੁਝ ਨਹੀਂ ਕਰਨਾ ਇਹਨਾਂ ਨੇ। ਟਾਈਮ ਦੀ ਕਮੀ ਸੀ ਕਿ ਮੈਂ ਉੱਥੋਂ ਫਟਾਫਟ ਆਪਾਂ ਸੁਖ ਸਦਨ ਲੈ ਕੇ ਗਏ ਹਾਂ। ਆਈ ਥੋਟ ਕਿ ਸੁਖ ਸਦਨ ਡਾਕਟਰ ਜਿਹੜਾ ਹੈਗਾ ਉਹ ਸਰਜਨ ਹੈਗੇ ਨੇ, ਔਰ ਸਰਜਨ ਜਿਹੜੇ ਨੇ ਇਸ ਮਾਮਲੇ ਵਿੱਚ ਦੇ ਕੈਨ ਮੇਕ ਅ ਕੱਟ।
ਉਹ ਸਲਿਟ ਕਰਕੇ ਇੱਥੋਂ ਉਹਨਾਂ ਦਾ ਜਿਹੜਾ ਹੈਗਾ ਟ੍ਰੇਕੀਆ ਉੱਥੇ ਮੋਰ ਕਰਕੇ ਐਟਲੀਸਟ ਉੱਥੇ ਟੈਂਪਰੇਰੀ ਕੈਨੂਲਾ ਪਾ ਕੇ ਉਹਨੂੰ ਸਾਹ ਦੇ ਸਕਦੇ ਆ, ਬਿਕੋਜ਼ ਮੇਰੇ ਕੋਲ ਉਹ ਵੀ ਨਹੀਂ ਸੀਗਾ। ਉਹ ਜਦੋਂ ਉੱਥੇ ਗਏ ਸੁੱਖ ਸਦਨ, ਉੱਥੇ ਵੀ ਉਹਨਾਂ ਨੇ ਬਹੁਤ ਟਾਈਮ ਵੇਸਟ ਕੀਤਾ ਸਾਡਾ। ਆਈ ਥਿੰਕ 5 6 7 8 ਮਿੰਟਸ ਨਾਲ ਲਗਾ ਤੇ ਪਹਿਲੇ ਤਾਂ ਉਹਨਾਂ ਨੇ ਡਾਕਟਰ ਨੂੰ ਫੋਨ ਕਰੀਏ। ਜਦੋਂ ਬੱਚਾ ਉੱਥੇ ਪਿਆ ਮੈਂ ਉੱਥੇ ਵੀ CPR ਕਰਦਾ ਰਿਹਾ ਬੱਚੇ ਨੂੰ, ਕੋਈ ਉਹਨਾਂ ਦਾ ਸਟਾਫ ਦਾ ਬੰਦਾ ਨਹੀਂ ਆਇਆ CPR 'ਚ ਅਸਿਸਟ ਕਰਨ। ਨਰਸ ਨੂੰ ਮੈਂ ਕਿਹਾ ਕਿ ਇਹਨੂੰ ਕੈਨੂਅਲ ਇਹਨੂੰ IV ਫਲੂਇਡਸ ਦਿਓ ਐਟਲੀਸਟ। ਉਹ ਨਰਸ ਆਰਾਮ ਨਾਲ ਦਸਤਾਨੇ ਕੱਢਦੀ ਰਹੀ, ਉਹਨੇ ਦਸਤਾਨੇ ਪਾਉਣ 'ਚ ਟਾਈਮ ਲਗਾਤਾ। ਮੈਂ ਉਹਨੂੰ ਕਿਹਾ ਕਿ ਛੱਡੋ ਦਸਤਾਨੇ, ਮੈਨੂੰ ਦਿਓ, ਮੈਂ ਲਗਾਉਣਾ ਇਹਨੂੰ IV ਫਲੂਇਡਸ, ਆਕਸੀਮੀਟਰੀ ਕਰੋ ਜਾਂ ਇਹਦਾ ECG ਕਰੋ। ਉਹਨਾਂ ਨੇ ਕੁਝ ਨਹੀਂ ਕੀਤਾ। ਔਰ ਮੈਂ ਕਿਹਾ ਡਾਕਟਰ ਨੂੰ ਬੁਲਾ ਦਿਓ, ਡਾਕਟਰ ਸਾਹਿਬ ਆਉਂਦੇ ਪਏ ਨੇ। ਡਾਕਟਰ ਸਾਹਿਬ ਉਹ ਉਸੇ ਬਿਲਡਿੰਗ 'ਚ ਰਹਿੰਦੇ ਨੇ, ਬਟ ਨੋਬਡੀ ਕੇਮ ਡਾਊਨ, ਵਿਚ ਇਜ਼ ਵੈਰੀ 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 ਰੋਂਗ। ਔਰ ਬੱਚਾ ਇਸ ਦੌਰਾਨ ਹਾਈਪੋਕਸਮਿਕ ਹੁੰਦਾ ਕਾਫੀ ਜ਼ਿਆਦਾ ਉਹਦਾ ਬ੍ਰੇਨ ਡੈਮੇਜ ਹੋਣਾ ਸ਼ੁਰੂ ਹੋ ਗਿਆ ਸੀਗਾ ਆਲਰੇਡੀ। ਠੀਕ ਹੈ ਜੀ। ਉਹਦੇ ਬਾਅਦ ਫਿਰ ਜਦੋਂ ਮੈਂ ਡਾਕਟਰ ਨੂੰ ਕਿਹਾ ਕਿ ਕੋਈ ENT ਸਪੈਸ਼ਲਿਸਟ ਕੋਈ ਹੈਗਾ ਇੱਥੇ, ਜਿਹੜਾ ਉਹਨੇ ਕਿਹਾ ਕਿ ਸਰ ਹੈਗਾ, ਉਹ 10-15 ਮਿੰਟ 'ਚ ਪਹੁੰਚੂਗਾ, ਅਗਰ ਤੁਸੀਂ ਫੋਨ ਕਰਾਂਗੇ ਤਾਂ ਤੁਸੀਂ ਇਹਨੂੰ ਲੈ ਜਾਓ। ਮੈਂ ਉਹਨੂੰ ਕਿਹਾ ਕਿ ਜਦੋਂ ਆਪਾਂ ਇਸ ਸਿਚੁਏਸ਼ਨ ਨੂੰ ਲੈ ਕੇ ਜਾਣਾ ਅੱਛਾ ਨਹੀਂ ਹੈਗਾ, ਤੁਸੀਂ ਡਾਕਟਰ ਨੂੰ ਫੋਨ ਕਰੋ, ਕਿਉਂਕਿ ਇਹ ਐਮਰਜੈਂਸੀ ਹੈਗੀ ਹੈ, ਤੁਸੀਂ ਪਲੀਜ਼ ਆਓ ਔਰ ਇਹਨੂੰ ਬੱਚੇ ਨੂੰ ਦੇਖੋ, ਕਿਉਂਕਿ ਉਹ ENT ਸਪੈਸ਼ਲਿਸਟ ਹੈਗਾ। ਉਸ ਮੁੰਡੇ ਨੇ, ਜਿਹੜਾ ਡਾਕਟਰ ਉੱਥੇ ਸੀਗਾ ਸੁੱਖ ਸਦਨ ਵਿੱਚ, ਉਹਨੇ ਮੈਨੂੰ ਮਨਾ ਕਰਤਾ ਕਿ ਨਹੀਂ ਸਰ ਤੁਸੀਂ ਇਹਨੂੰ ਲੈ ਜਾਓ, ਉਹ ਇੱਥੇ ਨਹੀਂ ਆ ਸਕਦੇ, ਟਾਈਮ ਲੱਗ ਜਾਣਾ ਹੈ, ਤੁਸੀਂ ਇਹਨੂੰ ਉੱਥੇ ਲੈ ਜਾਓ ਚੌਹਾਨ ਦੇ। ਫਿਰ ਆਪਾਂ ਐਂਬੂਲੈਂਸ ਨੂੰ ਰਿਕੁਐਸਟ ਕੀਤੀ, ਐਂਬੂਲੈਂਸ ਨੇ ਫਿਰ ਜਦੋਂ ਆਪਾਂ ਉੱਥੋਂ ਸੁੱਖ ਸਦਨ ਤੋਂ ਨਿਕਲੇ ਹਾਂ, ਆਲਰੇਡੀ ਬੱਚਾ ਦਾ ਕਾਰਡੀਓ ਪਲਮੋਨਰੀ ਅਰੈਸਟ ਹੋਣਾ ਸ਼ੁਰੂ ਹੋ ਗਿਆ ਸੀਗਾ। ਔਰ ਡਿਊਰਿੰਗ ਦ ਵੇ ਜਦੋਂ ਆਪਾਂ ਪਠਾਨਕੋਟ ਬਾਰਡਰ ਹਲੇ ਕ੍ਰਾਸ ਹੀ ਕਰਦੇ ਪਏ ਹਾਂ, ਅਤੇ ਉਹ ਮੈਨੂੰ ਸਮਝ ਆ ਗਿਆ ਸੀਗਾ ਕਿ ਬੱਚੇ ਦਾ ਅਰੈਸਟ ਹੋ ਗਿਆ ਕਾਰਡੀਓ ਪਲਮੋਨਰੀ। ਉਹਦਾ ਹਾਰਟ ਧੜਕਣਾ ਬੰਦ ਕਰ ਗਿਆ ਸੀਗਾ, ਪਲਸਿਸ ਚੱਲ ਗਈਆਂ, ਉਹਦੀਆਂ ਸੈਂਟਰਲ ਪਲਸਿਸ ਖਤਮ ਹੋ ਗਈਆਂ। ਐਂਡ ਫਿਰ ਵੀ ਮੈਂ CPR ਕਰਦਾ ਰਿਹਾ, ਬਿਕੋਜ਼ ਵੀ ਸਟਿਲ ਹੈਵ ਹੋਪ। CPR ਕਰਦੇ ਆਪਾਂ ਉਹਨੂੰ ਚੌਹਾਨ ਤੱਕ ਪਹੁੰਚਾਇਆ ਹੈ, ਲੇਕਿਨ ਚੌਹਾਨ ਹਸਪੀਟਲ ਪਹੁੰਚਣ ਤੋਂ ਪਹਿਲੇ ਹੀ ਬੱਚਾ ਆਲਰੇਡੀ ਉਹਦੀ ਬਾਡੀ ਦੀ ਜਿਹੜੀ ਐਕਟੀਵਿਟੀ ਸੀਗੀ ਉਹ ਖਤਮ ਹੋ ਚੁੱਕੀ ਸੀ। ਚੌਹਾਨ ਗਏ ਹਾਂ ਆਪਾਂ, ਉੱਥੇ ਡਾਕਟਰ ਸੀਗੇ, ਉੱਥੇ ਵੀ ਖੈਰ ਟਾਈਮ ਲੱਗਿਆ, ਉਹਨਾਂ ਨੇ ਵੀ ਕਾਫੀ ਟਾਈਮ ਮਤਲਬ 5-7 ਮਿੰਟ ਸਾਡੇ ਵੇਸਟ ਹੋ ਗਏ। ਮੈਂ ਪੁੱਛਦਾ ਰਿਹਾ, ਉੱਥੇ ICU ਹੈਗਾ, ICU ਦੀ ਟੀਮ ਮੈਂ ਪੁੱਛਿਆ ਕਿ ਕੋਈ ਟੀਮ 'ਚ ਹੈਗਾ, ਮੈਂ ਦੱਸਦਾ ਰਿਹਾ। ਆਈ ਆਸਕ ਦੈਮ ਕਿ ਮੈਨੂੰ ਬਲੇਡ ਦੋ ਸਰਜੀਕਲ, ਮੈਂ ਤਾਂ ਸਲਿਟ ਕਰਕੇ ਮੈਂ ਇਹਨੂੰ ਐਂਡੋਟ੍ਰੇਕੀਅਲ ਇੰਟੂਬੇਸ਼ਨ ਕਰ ਦੇਣਾ, ਜਾਂ ਮੈਂ ਇਹਨੂੰ ਬਾਹਰੋਂ ਕਰਕੇ ਤੇ ਮੈਂ ਇਹਨੂੰ ਉਹ ਕਰ ਦਿੰਦਾ, ਮਤਲਬ ਕੈਨੂਲਾ ਪਾ ਦਿੰਦਾ ਟ੍ਰੇਕੀਆ 'ਚ ਉਹਦੇ ਕਰਕੇ, ਮਤਲਬ ਇਨਸਰਟ ਕਰ ਦਿੰਦਾ। ਲੇਕਿਨ ਕਿਉਂਕਿ ਉਹ ਪ੍ਰਾਈਵੇਟ ਹਸਪੀਟਲ ਹੈਗਾ, ਉੱਥੇ ਮੈਨੂੰ ਉਹਨਾਂ ਨੇ ਕਹਿਤਾ ਕਿ ਸਰ ਤੁਸੀਂ ਕੁਝ ਵੀ ਕਰੋਗੇ ਤੇ ਅਗੇਂਸਟ ਲਾਅ ਹੋ ਜਾਏਗਾ, ਵਿਚ ਇਜ਼ ਫਾਈਨ। ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਕਿਉਂਕਿ ਤੁਸੀਂ ਕਿਸੇ ਦੇ ਪ੍ਰਾਈਵੇਟ ਹਸਪੀਟਲ ਲਈ ਕੁਝ ਵੀ ਕਰੋਗੇ ਐਜ਼ ਅ ਡਾਕਟਰ ਤੇ ਅਲਾਉਡ ਨਹੀਂ ਹੁੰਦਾ ਹੈਗਾ। ਬਟ ਉਹ ਆਲਰੇਡੀ ਬੱਚਾ ਉਸ ਟਾਈਮ ਤੇ ਨਹੀਂ ਸੀਗਾ, ECG ਕਰਵਾਇਆ ਹੈ, ਬਟ ਉਹ ਆਲਰੇਡੀ ਪਤਾ ਸੀਗਾ। ਮੈਂ ਇਹ ਵੀਡੀਓ ਇਸ ਕਰਕੇ ਬਣਾਇਆ ਹੈ ਕਿ ਨੈਗਲੀਜੈਂਸ ਦੇਖੋ ਡਾਕਟਰਸ ਦੀ, ਨੈਗਲੀਜੈਂਸ ਦੇਖੋ ਮੈਡੀਕਲ ਸਟਾਫ ਦੀ, ਕਿ ਐਟਲੀਸਟ ਥੱਲੇ ਤਾਂ ਆ ਜਾਂਦੇ। ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਪਏ ਸੀ ਕਿ ਤੁਸੀਂ ਪੂਰਾ ਦੇਖੋ, ਮੈਂ ਉਹਨਾਂ ਨੂੰ ਤਿਆਰ ਸੀਗਾ ਅਸਿਸਟ ਕਰਨ ਵਾਸਤੇ। ਮੈਂ ਉਹਨਾਂ ਨੂੰ ਕਹਿੰਦੇ ਪਏ ਸੀ ਕਿ ਤੁਸੀਂ ਇਹ ਕਰੋ ਜਾਂ ਇਹ ਕਰ ਸਕਦੇ ਹੋ, ਮੈਂ ਅਸਿਸਟ ਕਰਦਾ ਉਹਨਾਂ ਨੂੰ, ਕਿਉਂਕਿ ਆਪਾਂ ਇਹ ਪੇਸ਼ੈਂਟਸ ਹੈਂਡਲ ਕਰਦੇ ਹਾਂ। ਔਰ ਇਹ ਕੋਈ ਏਡੀ ਵੱਡੀ ਗੱਲ ਨਹੀਂ ਸੀਗੀ, ਬੱਚੇ ਨੂੰ ਕੋਈ ਬੜੀ ਬਿਮਾਰੀ ਨਹੀਂ ਸੀਗੀ, ਸਿਰਫ ਉਹਦੀ ਚੈਸਟ 'ਚ ਕੁਝ ਬਲੋਕੇਜ ਸੀ, ਕੁਝ ਕੰਜੈਸ਼ਨ ਸੀਗੀ, ਕੁਝ ਤੇ ਸੀਗਾ, ਬਿਕੋਜ਼ ਉਹ ਕੱਲ੍ਹ ਸ਼ਾਮ ਨੂੰ ਇੱਥੇ ਸਾਡੇ ਬੱਚਿਆਂ ਨਾਲ ਖੇਲਦਾ ਪਿਆ ਸੀਗਾ, ਉਹ ਬਿਲਕੁਲ ਠੀਕ ਸੀਗਾ ਬੱਚਾ। ਪਤਾ ਨਹੀਂ ਰਾਤ ਨੂੰ ਉਹਦੇ ਚੈਸਟ ਵਿੱਚ ਕੀ ਹੋਇਆ ਹੈ, ਉਹਦੇ ਬਲੋਕੇਜ ਸੀਗੀ। ਦੈਟ ਵਾਜ਼ ਵੈਰੀ 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 ਕਲੀਅਰ ਕਿ ਉਹਦੇ ਅਪਰ ਰੈਸਪੀਰੇਟਰੀ ਟਰੈਕ, ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਵਾਲਾ ਸਾਹ ਦੀ ਨਾਲੀ, ਇੱਥੇ ਕਿਤੇ ਬਲੋਕੇਜ ਸੀਗੀ ਬੱਚੇ ਦੇ। ਹੁਣ ਉਹਦੇ ਚੈਸਟ ਇਨਫੈਕਸ਼ਨ ਸੀਗਾ, ਪਤਾ ਨਹੀਂ, ਜਦੋਂ ਮੈਂ ਉਹਨੂੰ ਮਾਊਥ ਟੂ ਮਾਊਥ ਰੈਸਪੀਰੇਸ਼ਨ ਦਿੰਦਾ ਪਿਆ ਸੀਗਾ, ਉਹਦੇ ਨੱਕ ਵਿੱਚੋਂ ਥੋੜ੍ਹੀ ਬਲਗਮ ਬਾਹਰ ਆਈ ਹੈ, ਪ੍ਰੈਸ਼ਰ ਜੋ ਦਿੱਤਾ ਹੈ ਮੈਂ। ਅਤੇ ਮੈਂ ਇਹ ਵੀ ਰਿਕੁਐਸਟ ਕੀਤੀ ਹੈ ਐਜ਼ ਪਰ ਪ੍ਰੋਟੋਕੋਲ, ਮੈਨੂੰ ਨਹੀਂ ਪਤਾ ਇੱਥੇ ਇੰਡੀਆ 'ਚ ਕੀ ਚੱਲਦਾ ਪਿਆ ਹੈ, ਲੇਕਿਨ ਜਿਹੜਾ ਸਟੈਂਡਰਡ ਇੰਡਸਟਰੀ ਚੱਲਦਾ ਪਿਆ ਉਹ 'ਚ ਇਹ ਹੈਗਾ ਕਿ ਕੋਈ ਵੀ ਰੈਸਪੀਰੇਟਰੀ ਸਿੰਪਟਮ ਕਿਸੇ ਨੂੰ ਵੀ ਹੋਵੇ, ਬੱਚੇ ਨੂੰ ਵੀ ਹੋਵੇ, ਤੇ ਸਾਨੂੰ ਕੋਵਿਡ ਦਾ ਟੈਸਟ ਕਰਨਾ ਚਾਹੀਦਾ ਹੈ। ਮੈਂ ਡਾਕਟਰ ਨਾਲ ਗੱਲ ਵੀ ਕੀਤੀ ਪਠਾਨਕੋਟ, ਉਹਨਾਂ ਨੇ ਮੈਨੂੰ ਕਿਹਾ ਕਿ ਜ਼ਰੂਰਤ ਨਹੀਂ ਹੈਗੀ। ਮੈਂ ਫਿਰ ਵੀ ਇਨਸਿਸਟ ਕਰਦਾ ਪਿਆ, ਕਿਉਂਕਿ ਆਲਰੇਡੀ ਪਠਾਨਕੋਟ ਰੈੱਡ ਜ਼ੋਨ ਵਿੱਚ ਹੈਗਾ ਹੈ। ਅਗਰ ਉਹਦੀ ਚੈਸਟ 'ਚ ਪ੍ਰੋਬਲਮ ਸੀਗੀ, ਉਹਨੂੰ ਰੈਸਪੀਰੇਟਰੀ, ਜਿਹਨੂੰ ਸਾਹ ਦੀ ਪ੍ਰੋਬਲਮ ਕਹਿ ਸਕਦੇ ਹਾਂ, ਉਹਨੂੰ ਇਸ ਵੇਲੇ ਸਾਹ ਦੇ ਸਿੰਪਟਮ ਸੀਗੇ। ਅਗਰ ਉਹਨੂੰ ਉਹ ਸਿੰਪਟਮ ਹੈਗੇ ਨੇ ਔਰ ਉਹ ਵੀ ਮੈਂ ਦੇਖੇ ਨੇ, ਮੈਂ ਪ੍ਰੂਵ ਕਰਦਾ ਪਿਆ ਕਿ ਉਹ ਹੈਗੇ ਨੇ, ਤੇ ਇਹਨਾਂ ਨੂੰ ਉਹਦਾ ਟੈਸਟ ਕਰ ਲੈਣਾ ਚਾਹੀਦਾ ਹੈ। ਮੈਂ ਨਹੀਂ, ਰੱਬ ਨਾ ਕਰੇ ਕਿਸੇ ਨੂੰ ਇੱਦਾਂ ਕੁਝ ਹੋਵੇ, ਬਟ ਅਗਰ ਵਿਦਿਨ 7 to 10 ਡੇਜ਼ ਕਿਸੇ ਹੋਰ ਨੂੰ ਇਹ ਮੰਨ ਲਓ ਆਈ ਡੋਂਟ ਨੋ ਉਹਨੂੰ ਕਿੱਥੋਂ ਹੋਇਆ ਜਾਂ ਉਹਨੂੰ ਹੈ ਵੀ ਕਿ ਨਹੀਂ ਹੈਗਾ, ਬਟ ਐਜ਼ ਪਰ ਸਟੈਂਡਰਡ, ਐਜ਼ ਪਰ ਪ੍ਰੋਟੋਕੋਲ ਇਹ ਕਰਨ 'ਚ ਕੋਈ ਨੁਕਸਾਨ ਨਹੀਂ ਹੈਗਾ। ਔਰ ਮੈਨੂੰ ਹਾਲੇ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਕਰਨਾ ਹੈ। ਸੋ ਮੈਂ ਇਹ ਵੀਡੀਓ ਪਹਿਲੀ ਗੱਲ ਤਾਂ ਇਸ ਕਰਕੇ ਬਣਵਾਈ ਹੈ ਕਿ ਦੇਖੋ ਸਾਡੀ ਡਿਸਟ੍ਰਿਕਟ ਵਿੱਚ ਕੀ ਹੁੰਦਾ ਪਿਆ। ਪਠਾਨਕੋਟ ਡਿਸਟ੍ਰਿਕਟ ਜਿਹਨੂੰ ਸਾਰੇ ਇੰਡੀਆ ਵਿੱਚ ਲੋਕੀ ਜਾਣਦੇ ਹੈ, ਮੋਦੀ ਜੀ ਨੇ ਉਹਦਾ ਪਰਸੋਂ TV 'ਚ ਨਾਮ ਵੀ ਲਿਆ ਹੈ। ਇਹ ਹਾਲ ਹੈ ਇਸ ਡਿਸਟ੍ਰਿਕਟ ਦਾ ਕਿ ਇੱਥੇ ਜਦੋਂ ਸਿਵਲ ਸਰਜਨ ਨੇ ਮੈਨੂੰ ਦੱਸਤਾ ਕਿ ਸਾਡੇ ਕੋਲ ਪੂਰੀ ਡਿਸਟ੍ਰਿਕਟ ਵਿੱਚ ਵੈਂਟੀਲੇਟਰ ਹੀ ਨਹੀਂ ਹੈਗੇ। ਉਹ ਬੱਚੇ ਦੀ ਜਾਨ ਸਿਰਫ ਇਸ ਕਰਕੇ ਗਈ ਕਿਉਂਕਿ ਉਹਨੂੰ ਟਾਈਮ 'ਤੇ ਆਕਸੀਜਨ ਨਹੀਂ ਮਿਲੀ, ਉਹਨੂੰ ਟਾਈਮ 'ਤੇ ਕਿਸੇ ਨੇ ਇੰਟੂਬੇਟ ਨਹੀਂ ਕੀਤਾ। ਮੈਂ ਕਰ ਸਕਦਾ ਸੀਗਾ, ਲੇਕਿਨ ਇਹਨਾਂ ਕੋਲ ਇੰਸਟਰੂਮੈਂਟ ਹੀ ਨਹੀਂ ਸੀਗੇ। ਬੜੀ ਦੁੱਖ ਦੀ ਗੱਲ ਹੈ। ਔਰ ਮੈਂ ਇਹ ਜਿਹੜਾ ਮੈਨੂੰ ਡਰਨ ਦੀ ਕਿਸੇ ਨੂੰ ਜ਼ਰੂਰਤ ਹੈਗੀ ਹੈ, ਬਿਕੋਜ਼ ਮੈਂ ਮੈਡੀਕਲੀ ਕਰੈਕਟ ਹੈਗਾ, ਐਥੀਕਲੀ ਕਰੈਕਟ ਹੈਗਾ, ਔਰ ਹਿਊਮੈਨਿਟੀ ਬੇਸਿਸ 'ਤੇ ਵੀ ਮੈਂ ਕਰੈਕਟ ਹੈਗਾ।
और ਜਿਹੜੇ ਵੀ ਕਿਸੇ ਨੇ ਇੰਟਰਵਿਊ ਲੈਣੇ ਜਿੰਨੇ ਵੀ ਕਿਸੇ ਨੇ ਕੋਈ ਵੀ ਇਨਕੁਆਇਰੀ ਕਰਨੀ ਹੈ ਕਰ ਲੇ ਔਰ ਮੈਂ ਡੈਫੀਨੇਟਲੀ ਮੈਟਰ ਉੱਪਰ ਤੱਕ ਲੈ ਕੇ ਜਾਊਂਗਾ ਇਸ ਕਰਕੇ ਨਹੀਂ ਕਿਉਂਕਿ ਉਹ ਬੱਚਾ ਨਹੀਂ ਰਿਹਾ ਇਸ ਕਰਕੇ ਕਿਉਂਕਿ ਇਸ ਗਲਤੀਆਂ ਕਰਕੇ ਇਹਨਾਂ ਲੋਕਾਂ ਦੀਆਂ ਟਾਈਮ ਵੇਸਟ ਕਰਨ ਕਰਕੇ ਉਹ ਬੱਚੇ ਦੀ ਜਾਨ ਚਲ ਗਈ A school with a difference. Pratap World School with latest technology in teaching and learning. We focus on career academics, excellence and co-curricular activities. A world-class English medium co-educational residential cum day boarding school. Friendly environment, secure campus. Best hostel facilities like your home. Best school for your son and daughter. Admission open for all classes. Pratap World School, Defence Road, Pathankot. Auckland Public School, Trehti, Shapurkandi, Jugyal, Pathankot proudly announces opening of admission from nursery to 12th class. School is endowed with lush green and peaceful campus spread over 5 acres of land. We use latest educational technology and believe in providing the best education the child deserves. We have well-equipped labs for science and computer. Also, well-equipped library for cultivating reading habits among the learners. Affordable fee structure and scholarships. Conveyance also available. Auckland Public School, Trehti, Shapurkandi, Jugyal, Pathankot. Feel free to call us on 70875 36789, 70875 46789. St. Mary's Senior Secondary School, Sujanpur. Here, we hope to create an atmosphere for education. At St. Mary, academic subjects and extra co-curricular activities complement each other to develop social skills and health of students. Theory and concepts are well understood by performing scientific experiments on their own. Our school encourages students to think independently and in depth of their own ways. Well-furnished library. Library is a place from where we get peace and lots of vital knowledge which is very essential for our life. High-tech computer lab. Language lab for English proficiency. St. Mary's Senior Secondary School, Kalachak Road, Sujanpur, District Pathankot. Affiliated to CBSE, New Delhi. For admissions, call 0186 2244625, 9876660625, 855 8835 275.